ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਕਹਾਣੀ ਬਹੁਤ ਪੁਰਾਣੀ ਹੈ, ਸੰਨ 1860 ਤੋਂ ਪਹਿਲਾਂ ਦੀ ਹੈ। ਇਸ ਕਹਾਣੀ ਵਿਚਲੇ ਮੁੱਖ ਪਾਤਰ ਭਾਈ ਸਾਧੂ ਸਿੰਘ ਦੇ ਸ਼ੁਭ ਗੁਰਮੁਖੀ ਜੀਵਨ ਨੇ ਕਈਆਂ ਦੇ ਜੀਵਨ ਬਦਲੇ ਸਨ। ਇਸ ਕਹਾਣੀ ਵਿੱਚ ਉਸ ਗੋਰੇ ਅਫਸਰ ਦੀ ਵਾਰਤਾ ਹੈ ਜੋ ਭਾਈ ਸਾਧੂ ਸਿੰਘ ਦੇ ਸੰਪਰਕ ਵਿੱਚ ਆ ਕੇ ਸਿੱਖੀ ਵੱਲ ਨੂੰ ਝੁਕ ਗਿਆ ਸੀ। ਇਹ ਗੱਲ ਰਾਵਲਪਿੰਡੀ ਦੇ ਇਲਾਕੇ ਦੀ ਹੈ। ਇਹ ਤਿਆਰ ਬਰ ਤਿਆਰ ਸਰਬ ਲੋਹੀ ਵਿਵੇਕੀ ਸਿੰਘ ਖੱਚਰਾਂ ਤੇ ਕਣਕ ਲੱਦ ਕੇ ਤੁਰਿਆ ਜਾ ਰਿਹਾ ਸੀ। ਭਾਈ ਸਾਧੂ ਸਿੰਘ ਪੂਰਾ ਖਾਲਸਾਈ ਅਸਤਰਾਂ ਬਸਤਰਾਂ ਨਾਲ ਸਜਿਆ ਹੋਇਆ ਸੀ। ਸਿਰ ਤੇ ਦੁਮਾਲਾ, ਖੰਡਾ, ਚੱਕਰ ਸਜੇ ਹੋਏ ਸਨ। ਨੀਲਾ ਬਾਣਾ ਅਤੇ ਬਸੰਤੀ ਕਮਰ ਕੱਸੇ ਵਿੱਚ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਖਾਲਸ ਖਾਲਸਾ ਲੱਗਦਾ ਸੀ। ਭਾਈ ਸਾਧੂ ਸਿੰਘ ਕਣਕ ਅਤੇ ਹੋਰ ਰਸਦ ਇੱਕ ਥਾਂ ਤੋਂ ਲਿਜਾ ਕੇ ਦੂਜੀ ਥਾਂ ਤੇ ਵੇਚਣ ਦਾ ਕੰਮ ਕਰਦਾ ਸੀ। ਪਿੰਡੀ ਤੋਂ ਤਲਾਗੰਗ ਜਾਂਦੀ ਸੜਕ ਪਹਾੜੀ ਇਲਾਕੇ ਵਿੱਚ ਦੀ ਲੰਘਦੀ ਸੀ ਅਤੇ ਸਾਧੂ ਸਿੰਘ ਇਸੇ ਸੜਕ ਤੇ ਆਪਣਾ ਸੌਦਾ ਲੈ ਕੇ ਜਾ ਰਿਹਾ ਸੀ। ਸੜਕ ਦੇ ਦੋਨੋਂ ਪਾਸੇ ਨਿੱਕੇ ਨਿੱਕੇ ਟਿੱਬੇ ਜਿਹੇ ਸਨ ਜਾਂ ਝਾੜੀਆਂ ਸਨ। ਰਾਤ ਮੁੱਕ ਗਈ ਸੀ, ਸੂਰਜ ਉਦੇ ਹੋ ਚੁੱਕਿਆ ਸੀ। ਬਾਣੀ ਦਾ ਪਾਠ ਕਰਦਾ ਸਾਧੂ ਸਿੰਘ ਤੁਰਿਆ ਜਾ ਰਿਹਾ ਸੀ। ਉਸ ਦੀ ਚਾਲ ਵਿੱਚ ਬੇਪਰਵਾਹੀ ਅਤੇ ਮਸਤੀ ਦਾ ਮਿਸ਼ਰਤ ਜਿਹਾ ਭਾਵ ਸੀ। ਸੜਕ ਸੁੰਨਸਾਨ ਸੀ ਅਤੇ ਦੂਰ ਦੂਰ ਤੱਕ ਕੋਈ ਬੰਦਾ ਨਜ਼ਰ ਨਹੀਂ ਸੀ ਆਉਂਦਾ। ਪਹਾੜੀ ਇਲਾਕਾ ਹੋਣ ਕਰਕੇ ਆਸ-ਪਾਸ ਦੇ ਕੁਦਰਤੀ ਨਜ਼ਾਰੇ ਬਹੁਤ ਖੂਬਸੂਰਤ ਸਨ। ਇੱਕ ਤਾਂ ਮਾਹੌਲ ਸ਼ਾਂਤਮਈ ਸੀ ਅਤੇ ਦੂਸਰਾ ਪਾਠ ਦੇ ਅਸਰ ਕਰਕੇ ਸਾਧੂ ਸਿੰਘ ਦੇ ਅੰਦਰ ਬਾਹਰ ਮੁਜੱਸਮ ਸ਼ਾਂਤੀ ਵਰਤੀ ਹੋਈ ਸੀ ਕਿ ਅਚਾਨਕ ਇੱਕ ਜਵਾਨ ਮੁਸਲਮਾਨ ਕੁੜੀ ਰੋਂਦੀ ਕੁਰਲਾਉਂਦੀ ਇੱਕ ਟਿੱਬੇ ਦੇ ਪਿੱਛੋਂ ਦੀ ਭੱਜ ਕੇ ਆਈ ਅਤੇ ਸਾਧੂ ਸਿੰਘ ਨੂੰ ਜੱਫੀ ਪਾ ਕੇ ਰੋਣ ਲੱਗ ਪਈ। ਉਸਨੇ ਕੁਰਲਾ ਕੇ ਕਿਹਾ, ਲਾਲਾ, ਮੈਨੂੰ ਇਹਨਾਂ ਬਦਮਾਸ਼ਾਂ ਕੋਲੋਂ ਬਚਾ ਲੈ। ਇਸ ਇਲਾਕੇ ਵਿੱਚ, ਜਿਸ ਨੂੰ ਪੰਜਾਬ ਦਾ ਪੋਠੋਹਾਰ ਦਾ ਇਲਾਕਾ ਕਹਿੰਦੇ ਹਨ, ਮੁਸਲਿਮ ਕੁੜੀਆਂ ਆਪਣੇ ਵੱਡੇ ਭਰਾਵਾਂ ਨੂੰ ਲਾਲਾ ਸੱਦਦੀਆਂ ਸਨ। ਜਿਸ ਕੰਧਰ ਦੇ ਪਿੱਛੋਂ ਉਹ ਕੁੜੀ ਆਈ ਸੀ, ਉੱਥੋਂ ਹੀ ਦੋ ਉੱਚੇ ਲੰਮੇ ਤਕੜੇ ਜਿਸਮ ਵਾਲੇ ਬਦਮਾਸ਼ ਵੀ ਆ ਗਏ। ਉਹਨਾਂ ਨੇ ਸਾਧੂ ਸਿੰਘ ਵੱਲ ਕੋਈ ਧਿਆਨ ਨਾ ਦਿੱਤਾ ਅਤੇ ਕੁੜੀ ਨੂੰ ਭਾਈ ਸਾਧੂ ਸਿੰਘ ਤੋਂ ਖਿੱਚ ਕੇ ਪਾਸੇ ਕਰ ਦਿੱਤਾ। ਫਿਰ ਇੱਕ ਬਦਮਾਸ਼ ਨੇ ਕੁੜੀ ਦੇ ਵਾਲ ਫੜ ਲਏ ਅਤੇ ਦੂਜੇ ਨੇ ਲੱਤਾਂ। ਇਸ ਤਰ੍ਹਾਂ ਉਹ ਚੁੱਕ ਕੇ ਕੁੜੀ ਨੂੰ ਲਿਜਾਣ ਲੱਗੇ। ਇਹ ਸਾਰਾ ਕੁਝ ਇੰਨੀ ਜਲਦੀ ਹੋਇਆ ਕਿ ਸਾਧੂ ਸਿੰਘ ਹੱਕਾ ਬੱਕਾ ਰਹਿ ਗਿਆ। ਉਸਨੇ ਅੱਗੇ ਹੋ ਕੇ ਕੁੜੀ ਨੂੰ ਛਡਾਉਣਾ ਚਾਹਿਆ ਤਾਂ ਉਹਨਾਂ ਬਦਮਾਸ਼ਾਂ ਨੇ ਸਾਧੂ ਸਿੰਘ ਤੇ ਹਮਲਾ ਕਰ ਦਿੱਤਾ ਅਤੇ ਪਿੱਛੇ ਧੱਕ ਦਿੱਤਾ। ਸਾਧੂ ਸਿੰਘ ਦੀ ਖੱਚਰ ਥੋੜ੍ਹਾ ਪਾਸੇ ਤੇ ਹੋ ਕੇ ਘਾਹ ਚਰਨ ਲੱਗ ਪਈ ਸੀ ਅਤੇ ਸਾਧੂ ਸਿੰਘ ਆਪਣੀ ਖੱਚਰ ਵੱਲ ਆਪਣੀ ਡਾਂਗ ਚੱਕਣ ਲਈ ਤੁਰ ਪਿਆ। ਡਾਂਗ ਉਸਨੇ ਖੱਚਰ ਦੇ ਇੱਕ ਪਾਸੇ ਅੜਾਈ ਹੋਈ ਸੀ। ਉਸ ਕੁੜੀ ਨੇ ਦੇਖਿਆ ਕਿ ਸਾਧੂ ਸਿੰਘ ਪਿੱਛੇ ਮੁੜ ਪਿਆ ਹੈ ਤਾਂ ਉਸਨੇ ਚੀਕ ਕੇ ਆਪਣੀ ਠੇਠ ਪੋਠੋਹਾਰੀ ਬੋਲੀ ਵਿੱਚ ਪੁਕਾਰ ਕੀਤੀ, ਲਾਲਾ, ਲਾਲਾ, ਵਾਸਤਾ ਹੀ ਬਾਬੇ ਨਾਨਕ ਨਾ, ਮਿੰਗੀ ਈਹਾਂ ਛੋੜੀ ਕੇ ਨਾ ਗੱਛੀ। ਇਸ ਦਾ ਭਾਵ ਸੀ ਕਿ ਵੀਰੇ ਵੀਰੇ, ਵਾਸਤਾ ਹੀ ਬਾਬੇ ਨਾਨਕ ਦਾ, ਮੈਨੂੰ ਇੱਥੇ ਛੱਡ ਕੇ ਨਾ ਜਾਵੀਂ। ਕਿਹੜਾ ਸਿੰਘ ਹੈ ਜੋ ਗੁਰੂ ਨਾਨਕ ਸਾਹਿਬ ਜੀ ਦਾ ਵਾਸਤਾ ਸੁਣ ਕੇ ਜਾਨ ਤੱਕ ਦੇਣ ਲਈ ਤਿਆਰ ਨਾ ਹੋ ਜਾਵੇਗਾ। ਜਦੋਂ ਭਾਈ ਸਾਧੂ ਸਿੰਘ ਨੇ ਗੁਰੂ ਨਾਨਕ ਸਾਹਿਬ ਦਾ ਵਾਸਤਾ ਸੁਣਿਆ ਤਾਂ ਉਸ ਦੇ ਅੰਦਰ ਇੱਕ ਅਨੋਖਾ ਜੋਸ਼ ਭਰ ਗਿਆ। ਉਸ ਨੂੰ ਲੱਗਿਆ ਕਿ ਉਸ ਦੇ ਵਿੱਚ ਅਕਾਲ ਪੁਰਖ ਦੀ ਮਹਾਨ ਸ਼ਕਤੀ ਵਰਤ ਰਹੀ ਹੈ। ਉਸ ਨਾਲ ਉਸ ਵਕਤ ਇੱਕ ਕੌਤਕ ਵੀ ਹੋਇਆ ਜੋ ਅਸੀਂ ਤੁਹਾਨੂੰ ਇਸ ਕਹਾਣੀ ਵਿੱਚ ਬਾਅਦ ਵਿੱਚ ਦੱਸਾਂਗੇ। ਉਹ ਬਿਜਲੀ ਦੀ ਗਤੀ ਨਾਲ ਅੱਗੇ ਵਧਿਆ ਅਤੇ ਡਾਂਗ ਚੱਕ ਕੇ ਬਦਮਾਸ਼ਾਂ ਵੱਲ ਦੌੜਿਆ। ਬਦਮਾਸ਼ਾਂ ਨੇ ਬੜੀ ਬੇਰਹਿਮੀ ਨਾਲ ਕੁੜੀ ਨੂੰ ਫੜਿਆ ਹੋਇਆ ਸੀ। ਇੱਕ ਨੇ ਉਸ ਨੂੰ ਵਾਲਾਂ ਤੋਂ ਫੜਿਆ ਹੋਇਆ ਸੀ ਅਤੇ ਇੱਕ ਨੇ ਲੱਤਾਂ ਤੋਂ। ਕੁੜੀ ਕੁਰਲਾ ਰਹੀ ਸੀ ਅਤੇ ਉੱਚੀ ਉੱਚੀ ਰੋ ਰਹੀ ਸੀ, ਪਰ ਜ਼ਾਲਮਾਂ ਨੂੰ ਕੋਈ ਫਰਕ ਨਹੀਂ ਸੀ ਪੈ ਰਿਹਾ। ਸਾਧੂ ਸਿੰਘ ਨੇ ਬਿਜਲੀ ਦੀ ਰਫ਼ਤਾਰ ਨਾਲ ਅੱਗੇ ਵੱਧ ਕੇ ਡਾਂਗ ਉਸ ਬਦਮਾਸ਼ ਦੀ ਬਾਂਹ ਤੇ ਮਾਰੀ ਜਿਸ ਨੇ ਅਬਲਾ ਕੁੜੀ ਨੂੰ ਵਾਲਾਂ ਤੋਂ ਫੜਿਆ ਹੋਇਆ ਸੀ। ਡਾਂਗ ਦੇ ਇੱਕ ਵਾਰ ਨਾਲ ਹੀ ਬਾਂਹ ਦੀ ਹੱਡੀ ਟੁੱਟ ਗਈ ਅਤੇ ਉਹ ਬਦਮਾਸ਼ ਧਰਤੀ ਤੇ ਡਿੱਗ ਪਿਆ, ਪੀੜ ਨਾਲ ਚੀਕਾਂ ਮਾਰਨ ਲੱਗ ਪਿਆ। ਦੂਜਾ ਬਦਮਾਸ਼, ਜਿਸ ਨੇ ਕੁੜੀ ਨੂੰ ਲੱਤਾਂ ਤੋਂ ਫੜਿਆ ਹੋਇਆ ਸੀ, ਆਪਣੇ ਸਾਥੀ ਦਾ ਹਾਲ ਦੇਖ ਕੇ ਦੌੜ ਗਿਆ। ਸਾਧੂ ਸਿੰਘ ਨੇ ਮੌਕਾ ਸੰਭਾਲ ਕੇ ਕੁੜੀ ਨੂੰ ਖੱਚਰ ਤੇ ਬਿਠਾ ਲਿਆ ਅਤੇ ਆਪਣੇ ਰਾਹ ਤੁਰ ਪਿਆ। ਖੱਚਰ ਤੇ ਬੈਠੀ ਕੁੜੀ ਮੁੜ-ਮੁੜ ਕੇ ਪਿੱਛੇ ਤੱਕ ਰਹੀ ਸੀ, ਕਿਤੇ ਬਦਮਾਸ਼ ਵਾਪਸ ਨਾ ਆ ਜਾਣ। ਉਹ ਡਰੀ ਸਹਿਮੀ ਕੁੜੀ ਨੂੰ ਸਾਧੂ ਸਿੰਘ ਨੇ ਪਿਆਰ ਨਾਲ ਕਿਹਾ, ਭੈਣੇ, ਤੂੰ ਡਰ ਨਾ, ਮੇਰੀ ਸਿਰੀ ਫੇਂ ਕੇ ਹੀ ਉਹ ਬਦਮਾਸ਼ ਤੈਨੂੰ ਲਿਜਾ ਸਕਦੇ ਹਨ, ਤੂੰ ਨਿਸ਼ਚਿੰਤ ਹੋ ਜਾ। ਕੁੜੀ ਨੇ ਆਪਣੀ ਬੋਲੀ ਵਿੱਚ ਕਿਹਾ, ਲਾਲਾ, ਤੂੰ ਜਿਵੇਂ ਲੱਖਾਂ ਵਰ੍ਹਿਆਂ, ਸ਼ਾਲਾ, ਰੱਬ ਤੈਨੂੰ ਈਮਾਨ ਨਸੀਬ ਕਰੇ। ਪਰ ਭੈਣਾ, ਤੂੰ ਜਾਣਾ ਕਿੱਥੇ ਆ?
ਸਾਧੂ ਸਿੰਘ ਨੇ ਪੁੱਛਿਆ। "ਉਹ 2 ਮੀਲਾਂ ਤੇ ਰਣਿਆਲ ਮੇਰਾ ਪਿੰਡ ਏ," ਕੁੜੀ ਨੇ ਦੱਸਿਆ। "ਅੱਛਾ, ਪਰ ਇਹ ਦੱਸ ਤੂੰ ਇਹਨਾਂ ਬਦਮਾਸ਼ਾਂ ਦੇ ਚੁੰਗਲ ਵਿੱਚ ਕਿਵੇਂ ਫਸ ਗਈ?" ਲੜਕੀ ਨੇ ਦੱਸਿਆ ਕਿ ਰਾਤ ਉਹ ਸੁੱਤੀ ਪਈ ਸੀ ਕਿ ਇਹ ਬਦਮਾਸ਼ ਉਸ ਦਾ ਮੰਜਾ ਚੱਕ ਲਿਆਏ। ਪਿੰਡੋਂ ਬਾਹਰ ਆ ਕੇ ਜਦੋਂ ਕੁੜੀ ਦੀ ਜਾਗ ਖੁੱਲ੍ਹੀ ਤਾਂ ਇਹਨਾਂ ਨੇ ਉਸਦੇ ਮੂੰਹ ਵਿੱਚ ਕੱਪੜਾ ਤੁੰਨ ਦਿੱਤਾ। ਇਹ ਪਤਾ ਨਹੀਂ ਕੁੜੀ ਨੂੰ ਕਿੱਥੇ ਲੈ ਕੇ ਜਾ ਰਹੇ ਸਨ। ਕੁੜੀ ਸਾਰਾ ਸਮਾਂ ਪੀਰ ਚੰਨ ਚਿਰਾਗ ਸ਼ਾਹ ਦੀਆਂ ਸ਼੍ਰੇਣੀਆਂ ਸੁਖਦੀ ਰਹੀ ਅਤੇ ਬਾਬੇ ਨਾਨਕ ਦੇ ਪੰਜੇ ਤੇ ਸੁਖਣਾ ਸੁਖਦੀ ਰਹੀ। ਫਿਰ ਕੁੜੀ ਨੇ ਦੱਸਿਆ, "ਪੰਜੇ ਵਾਲੇ ਬਾਬੇ ਨੇ ਮੈਨੂੰ ਬਚਾਉਣ ਲਈ ਤੈਨੂੰ ਭੇਜ ਦਿੱਤਾ। ਇਸ ਇਲਾਕੇ ਵਿੱਚ ਲੋਕ ਮੁਸੀਬਤ ਵੇਲੇ ਜਾਂ ਤਾਂ ਪੀਰ ਚਿਰਾਗ ਸ਼ਾਹ ਦੀ ਸੁਖਣਾ ਸੁਖਦੇ ਸਨ ਜਾਂ ਪੰਜਾ ਸਾਹਿਬ ਦੇ ਹਵਾਲੇ ਨਾਲ ਗੁਰੂ ਨਾਨਕ ਸਾਹਿਬ ਜੀ ਦੀ। ਲੋਕਾਂ ਦੇ ਮਨਾਂ ਵਿੱਚ, ਚਾਹੇ ਉਹ ਹਿੰਦੂ ਹੋਵੇ ਜਾਂ ਮੁਸਲਮਾਨ, ਗੁਰੂ ਨਾਨਕ ਸਾਹਿਬ ਵਾਸਤੇ ਬਹੁਤ ਸ਼ਰਧਾ ਸੀ। ਇਸੇ ਕਰਕੇ ਹੀ ਇਸ ਕੁੜੀ ਨੇ, ਭਾਵੇਂ ਉਹ ਮੁਸਲਮਾਨ ਸੀ, ਗੁਰੂ ਨਾਨਕ ਸਾਹਿਬ ਜੀ ਦੀ ਸੁਖਣਾ ਸੁਖੀ ਸੀ। ਖੈਰ, ਕਿਸੇ ਤਰ੍ਹਾਂ ਉਹਨਾਂ ਬਦਮਾਸ਼ਾਂ ਤੋਂ ਛੁੱਟ ਕੇ ਕੁੜੀ ਭੱਜ ਗਈ ਅਤੇ ਬਦਮਾਸ਼ ਉਸ ਦੇ ਮਗਰ ਮਗਰ ਭੱਜ ਰਹੇ ਸਨ ਕਿ ਅੱਗੇ ਸਾਧੂ ਸਿੰਘ ਉਹਨਾਂ ਨੂੰ ਟੱਕਰ ਪਿਆ। ਇੱਦਾਂ ਗੱਲਾਂ ਕਰਦਿਆਂ ਨੂੰ ਕੁੜੀ ਦਾ ਪਿੰਡ ਆ ਗਿਆ। ਸਾਧੂ ਸਿੰਘ ਨੇ ਉਸ ਨੂੰ ਕਿਹਾ ਕਿ ਉਹ ਆਪਣੇ ਪਿੰਡ ਚਲੀ ਜਾਵੇ, ਪਰ ਉਹ ਕਹੇ ਕਿ ਮੈਂ ਇਕੱਲੀ ਨੇ ਨਹੀਂ ਜਾਣਾ। ਸਾਧੂ ਸਿੰਘ ਉਸ ਦੇ ਪਿੰਡ ਜਾਣ ਲਈ ਨਾ ਮੰਨਿਆ ਕਿਉਂਕਿ ਉਸਨੇ ਦੂਰ ਜਾਣਾ ਸੀ। ਅਖੀਰ ਕੁੜੀ ਇਕੱਲੀ ਹੀ ਆਪਣੇ ਪਿੰਡ ਚਲੀ ਗਈ। ਅੱਗੇ ਪਿੰਡ ਵਿੱਚ ਹਾਹਾਕਾਰ ਮਚੀ ਹੋਈ ਸੀ। ਪਿੰਡ ਦੇ ਬੰਦੇ ਗੁਆਚੀ ਕੁੜੀ ਨੂੰ ਲੱਭ ਰਹੇ ਸਨ। ਜਦੋਂ ਕੁੜੀ ਨੇ ਸਾਰੀ ਗੱਲ ਪਿੰਡ ਜਾ ਕੇ ਦੱਸੀ ਤਾਂ ਉਹਨਾਂ ਨੇ ਸਾਧੂ ਸਿੰਘ ਨੂੰ ਲਿਆਉਣ ਲਈ ਬੰਦੇ ਭੇਜੇ। ਬੰਦੇ ਘੋੜਿਆਂ ਤੇ ਛੇਤੀ ਹੀ ਸਾਧੂ ਸਿੰਘ ਕੋਲ ਪਹੁੰਚ ਗਏ ਅਤੇ ਬੇਨਤੀ ਕੀਤੀ ਕਿ ਪਿੰਡ ਵਾਲੇ ਸੱਜਣ ਸਾਧੂ ਸਿੰਘ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਨ। ਪਰ ਸਾਧੂ ਸਿੰਘ ਨੇ ਆਪਣੀ ਮਜਬੂਰੀ ਦੱਸੀ ਕਿ ਉਸਦੀ ਕਣਕ ਊਠਾਂ ਤੇ ਲੱਦੀ ਹੋਈ ਪਿੰਡੀ ਸ਼ਹਿਰ ਪਹੁੰਚ ਗਈ ਹੈ ਅਤੇ ਮੰਡੀ ਖੁੱਲਣ ਤੇ ਉਸਨੇ ਇਹ ਕਣਕ ਵੇਚਣੀ ਹੈ। ਆਖਰ ਕੁੜੀ ਦੇ ਭਰਾ ਖਾਲੀ ਹੱਥ ਮੁੜ ਆਏ ਅਤੇ ਉਹਨਾਂ ਨੇ ਕੁੜੀ ਦੇ ਦੱਸੇ ਪਤੇ ਤੇ ਬਦਮਾਸ਼ ਜੋ ਜ਼ਖਮੀ ਹੋਇਆ ਸੀ ਨੂੰ ਫੜ ਲਿਆ। ਜ਼ਖਮੀ ਬਦਮਾਸ਼ ਤੋਂ ਦੂਸਰੇ ਬਦਮਾਸ਼ ਦਾ ਪਤਾ ਮਿਲ ਗਿਆ ਅਤੇ ਉਹ ਵੀ ਗ੍ਰਿਫਤਾਰ ਹੋ ਗਿਆ। ਦੋਹਾਂ ਬਦਮਾਸ਼ਾਂ ਤੇ ਮੁਕੱਦਮਾ ਚੱਲਿਆ ਅਤੇ ਉਹਨਾਂ ਨੂੰ ਕੈਦ ਹੋ ਗਈ। ਡੀਸੀ ਨੇ ਜਦੋਂ ਸਾਧੂ ਸਿੰਘ ਦੀ ਬਹਾਦਰੀ ਬਾਰੇ ਕੁੜੀ ਤੋਂ ਅਤੇ ਬਦਮਾਸ਼ਾਂ ਤੋਂ ਸੁਣਿਆ ਤਾਂ ਉਸਨੇ ਸਰਕਾਰ ਵੱਲੋਂ 100 ਰੁਪਏ ਦਾ ਇਨਾਮ ਉਸ ਵਾਸਤੇ ਘੋਸ਼ਿਤ ਕਰ ਦਿੱਤਾ। ਉਹਨਾਂ ਦਿਨਾਂ ਵਿੱਚ 100 ਰੁਪਏ ਅੱਜ ਦੇ ਲੱਖ ਤੋਂ ਵੀ ਵੱਧ ਕੀਮਤ ਵਾਲੇ ਹੋਣੇ ਹਨ। ਸਾਧੂ ਸਿੰਘ ਨੂੰ ਇਨਾਮ ਦੇਣ ਲਈ ਸਰਕਾਰ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾ ਲੱਭਾ। ਆਖਰ ਸਾਧੂ ਸਿੰਘ ਸੀ ਕੌਣ? ਆਓ ਤੁਹਾਨੂੰ ਉਸ ਦੇ ਜੀਵਨ ਬਾਰੇ ਸੰਖੇਪ ਜਾਣਕਾਰੀ ਦਿੰਦੇ ਹਾਂ। ਇਹਨਾਂ ਦਾ ਪਿੰਡ ਪਾਕਿਸਤਾਨ ਦੇ ਅਟਕ ਜ਼ਿਲ੍ਹੇ ਦੀ ਤਹਿਸੀਲ ਫਤਿਹ ਜੰਗ ਦਾ ਇੱਕ ਪਿੰਡ ਪੜਿਆਲ ਸੀ। ਇਸ ਇਲਾਕੇ ਵਿੱਚ ਸਿੱਖ ਘੱਟ ਹੀ ਸਨ ਅਤੇ ਇਹ ਪਠਾਣਾਂ ਦਾ ਇਲਾਕਾ ਮੰਨਿਆ ਜਾਂਦਾ ਸੀ। ਉਹਨਾਂ ਦਿਨਾਂ ਵਿੱਚ ਇਸ ਇਲਾਕੇ ਵਿੱਚ ਦੂਰ ਦੂਰ ਤੱਕ ਸਕੂਲ ਨਹੀਂ ਸਨ, ਜਿਸ ਕਾਰਨ ਸਾਧੂ ਸਿੰਘ ਰਾਵਲਪਿੰਡੀ ਦੇ ਅਦਵਾਲ ਇਲਾਕੇ ਵਿੱਚ ਸਕੂਲ ਵਿੱਚ ਪੜ੍ਹਨ ਲੱਗ ਪਏ। ਸ਼ਾਇਦ ਇਹਨਾਂ ਦੇ ਰਿਸ਼ਤੇਦਾਰ ਇਸ ਇਲਾਕੇ ਵਿੱਚ ਸਨ, ਜਿਨ੍ਹਾਂ ਕੋਲ ਰਹਿ ਕੇ ਸਾਧੂ ਸਿੰਘ ਨੇ ਸਕੂਲ ਦੀ ਪੜ੍ਹਾਈ ਕੀਤੀ। ਉਸਨੇ ਹਾਲੇ 5-7 ਜਮਾਤਾਂ ਹੀ ਕੀਤੀਆਂ ਸਨ ਕਿ ਪਠਾਣਾਂ ਦੇ ਇਲਾਕੇ ਵਿੱਚ ਲੜਾਈ ਲੱਗ ਗਈ ਅਤੇ ਅੰਗਰੇਜ਼ਾਂ ਨੇ ਸਿੱਖ ਲੜਕਿਆਂ ਦੀ ਫੌਜ ਵਿੱਚ ਭਰਤੀ ਸ਼ੁਰੂ ਕਰ ਦਿੱਤੀ। ਸਾਧੂ ਸਿੰਘ ਨੂੰ ਇੱਕ ਕਿਸਮ ਦਾ ਜ਼ਬਰਦਸਤੀ ਹੀ ਫੌਜ ਵਿੱਚ ਸ਼ਾਮਲ ਕਰ ਲਿਆ ਗਿਆ। ਪੜ੍ਹਿਆ ਹੋਣ ਕਰਕੇ ਪਹਿਲਾਂ ਸਾਧੂ ਸਿੰਘ ਨੂੰ ਅੰਗਰੇਜ਼ੀ ਸਿਖਾਈ ਗਈ ਅਤੇ ਫਿਰ ਫੌਜ ਵਿੱਚ ਕਲਰਕ ਦੀ ਨੌਕਰੀ ਤੇ ਰੱਖ ਲਿਆ ਗਿਆ। ਉਦੋਂ ਕਲਰਕਾਂ ਦੀ ਬੜੀ ਕਮੀ ਹੁੰਦੀ ਸੀ। ਸਾਧੂ ਸਿੰਘ ਨਾ ਸਿਰਫ ਪੜ੍ਹਨ ਲਿਖਣ ਨੂੰ ਹੀ ਹੁਸ਼ਿਆਰ ਸੀ, ਬਲਕਿ ਉਹ ਬਹੁਤ ਦਲੇਰ ਅਤੇ ਜੰਗੀ ਕਰਤਬਾਂ ਵਿੱਚ ਪੂਰਾ ਮਾਹਰ ਸੀ। ਹਰ ਤਰ੍ਹਾਂ ਦਾ ਹਥਿਆਰ ਉਹ ਚਲਾ ਲੈਂਦਾ ਸੀ ਅਤੇ ਸਰੀਰਕ ਤੌਰ ਤੇ ਬੜਾ ਬਲਵਾਨ ਸੀ। ਉਸ ਦੀ ਅੰਗਰੇਜ਼ੀ ਜ਼ੁਬਾਨ ਵਿੱਚ ਗੱਲਬਾਤ ਕਰਨ ਦੀ ਸਮਰੱਥਾ ਅਤੇ ਬਹਾਦਰੀ ਅਤੇ ਜੰਗੀ ਮੁਹਾਰਤ ਦੇਖਦੇ ਹੋਏ ਉਸ ਇਲਾਕੇ ਦੇ ਅੰਗਰੇਜ਼ੀ ਕਮਾਂਡਰ ਨੇ ਸਾਧੂ ਸਿੰਘ ਨੂੰ ਆਪਣਾ ਬਾਡੀਗਾਰਡ ਨਿਯੁਕਤ ਕਰ ਦਿੱਤਾ। ਭਾਈ ਸਾਧੂ ਸਿੰਘ ਦੀ ਜ਼ਿੰਦਗੀ ਨੇ ਉਦੋਂ ਪਲਟਾ ਖਾਧਾ ਜਦੋਂ ਕੁਝ ਸਮੇਂ ਬਾਅਦ ਉਹ 1 ਮਹੀਨੇ ਦੀ ਛੁੱਟੀ ਤੇ ਆਪਣੇ ਘਰ ਆਇਆ। ਉਹ ਛੋਟਾ ਹੁੰਦਾ ਪਿੰਡੋਂ ਬਾਹਰ ਰਿਹਾ ਸੀ, ਜਿਸ ਕਾਰਨ ਉਹ ਪਿੰਡ ਵਿੱਚ ਸਭ ਨੂੰ ਨਹੀਂ ਸੀ ਜਾਣਦਾ। ਉਸ ਦੇ ਪਿੰਡ ਪੜਿਆਲ ਵਿੱਚ ਇੱਕ ਬਾਬਾ ਕਾਹਨ ਸਿੰਘ ਨਾਂ ਦੇ ਗੁਰਮੁਖ ਜਨ ਰਹਿੰਦੇ ਸਨ, ਜੋ ਕਿ ਸਰਬਲੋ ਵਿਵੇਕ ਸਮੇਤ ਖਾਲਸੇ ਦੀ ਸਰਬਰਹਿਤ ਤੇ ਪੂਰੀ ਤਰ੍ਹਾਂ ਧਾਰਨੀ ਸਨ। ਉਹ ਬੜੇ ਹੀ ਭਜਨ ਬੰਦਗੀ ਕਰਨ ਵਾਲੇ ਗ੍ਰਹਿਸਤੀ ਮਹਾਂਪੁਰਖ ਸਨ। ਉਹਨਾਂ ਦੇ ਅਸਰ ਥੱਲੇ ਕਈ ਹਿੰਦੂ ਅਤੇ ਮੁਸਲਮਾਨ ਵੀ ਸਿੱਖੀ ਵੱਲ ਪ੍ਰੇਰਿਤ ਹੋ ਗਏ ਸਨ। ਜਦੋਂ ਭਾਈ ਸਾਧੂ ਸਿੰਘ ਨੇ ਕੁਝ ਦਿਨ ਹੀ ਬਾਬਾ ਕਾਹਨ ਸਿੰਘ ਦੀ ਸੰਗਤ ਕੀਤੀ ਤਾਂ ਉਹ ਬੜਾ ਮੁਤਾਸਰ ਹੋਇਆ। ਬਾਬਾ ਕਾਹਨ ਸਿੰਘ ਦੇ ਅਸਰ ਹੇਠ ਸਾਧੂ ਸਿੰਘ ਨੇ ਅੰਮ੍ਰਿਤ ਛਕ ਲਿਆ ਅਤੇ ਸਰਬਲੋਹੀ ਵਿਵੇਕੀ ਸਿੰਘਾਂ ਵਾਲੀ ਰਹਿਤ ਧਾਰਨ ਕਰ ਲਈ। ਪੂਰਾ ਤਤਪਰ ਹੋ ਗਿਆ। ਹੁਣ ਉਸ ਦਾ ਦਿਲ ਫੌਜ ਦੀ ਨੌਕਰੀ ਕਰਨ ਨੂੰ ਨਹੀਂ ਸੀ ਮੰਨਦਾ।
ਕਿਉਂਕਿ ਉਹ ਖਾਲਸਾਈ ਬਾਣੇ ਅਤੇ ਰਹਿਤ ਬਹਿਤ ਦਾ ਧਾਰਨੀ ਹੋ ਕੇ ਆਪਣਾ ਕੰਮਕਾਰ ਕਰਕੇ ਅਤੇ ਭਜਨ ਬੰਦਗੀ ਵਿੱਚ ਮਖਮੂਰ ਹੋ ਕੇ ਜ਼ਿੰਦਗੀ ਜਿਉਣਾ ਚਾਹੁੰਦਾ ਸੀ। ਇਸ ਲਈ ਛੁੱਟੀ ਮੁੱਕਣ ਤੋਂ ਬਾਅਦ ਉਸਨੇ ਆਪਣੇ ਕਮਾਂਡਿੰਗ ਆਫੀਸਰ ਨੂੰ ਆਪਣੇ ਰੂਹਾਨੀ ਜਜ਼ਬਿਆਂ ਬਾਰੇ ਦੱਸਿਆ ਕਿ ਕਿਵੇਂ ਹੁਣ ਉਹ ਭਜਨ ਬੰਦਗੀ ਕਰਕੇ ਜੀਵਨ ਬਿਤਾਉਣਾ ਚਾਹੁੰਦਾ ਹੈ। ਗੁਰੂ ਸਾਹਿਬ ਜੀ ਦੀ ਕਿਰਪਾ ਹੋਈ। ਕਮਾਂਡਿੰਗ ਆਫੀਸਰ ਤੇ ਸਾਧੂ ਸਿੰਘ ਦੇ ਰੂਹਾਨੀ ਪਰਿਵਰਤਨ ਦਾ ਅਸਰ ਹੋ ਗਿਆ ਅਤੇ ਉਸਨੇ ਸਾਧੂ ਸਿੰਘ ਨੂੰ ਨੌਕਰੀ ਤੋਂ ਡਿਸਚਾਰਜ ਕਰ ਦਿੱਤਾ। ਫੌਜੀ ਨੌਕਰੀ ਵਿੱਚ ਬਚਾਏ ਪੈਸਿਆਂ ਨਾਲ ਸਾਧੂ ਸਿੰਘ ਨੇ ਕੁਝ ਖੱਚਰਾਂ ਤੇ ਊਠ ਖਰੀਦ ਲਏ ਅਤੇ ਉਹ ਇਲਾਕੇ ਵਿੱਚ ਕਣਕ ਜਾਂ ਹੋਰ ਫਸਲ ਖਰੀਦ ਕੇ ਮੰਡੀ ਵਿੱਚ ਜਿੱਥੇ ਫਸਲ ਦਾ ਭਾਅ ਜ਼ਿਆਦਾ ਮਿਲਦਾ ਹੋਵੇ ਵੇਚ ਦਿੰਦਾ ਸੀ। ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਕੰਮ ਕਰਨ ਕਾਰਨ ਉਸ ਦਾ ਕੰਮ ਚੱਲ ਪਿਆ ਅਤੇ ਉਸ ਦੀ ਰੋਜ਼ੀ ਰੋਟੀ ਦਾ ਸੋਹਣਾ ਇੰਤਜ਼ਾਮ ਹੋ ਗਿਆ। ਸਫ਼ਰ ਕਰਦਾ ਉਹ ਸਦਾ ਨਾਮ ਬਾਣੀ ਵਿੱਚ ਹੀ ਲੱਗਿਆ ਰਹਿੰਦਾ ਸੀ। ਜਦੋਂ ਉਸਨੇ ਰਣਿਆਲ ਪਿੰਡ ਦੀ ਕੁੜੀ ਦੀ ਜਾਨ ਅਤੇ ਇੱਜ਼ਤ ਬਚਾਈ ਸੀ, ਉਦੋਂ ਉਹ ਅਜਿਹੇ ਹੀ ਇੱਕ ਵਪਾਰਕ ਦੌਰੇ ਤੇ ਸੀ। ਹੁਣ ਅਸੀਂ ਚੱਲ ਰਹੀ ਕਹਾਣੀ ਵੱਲ ਆਉਂਦੇ ਹਾਂ। ਮੁਸਲਮਾਨ ਕੁੜੀ ਦੀ ਇੱਜ਼ਤ ਬਚਾਉਣ ਲਈ ਘਟਨਾ ਨੂੰ 1 ਸਾਲ ਹੋ ਗਿਆ। ਇੰਨੇ ਸਮੇਂ ਵਿੱਚ ਉਸ ਮੁਸਲਿਮ ਕੁੜੀ ਦਾ ਵਿਆਹ ਹੋ ਗਿਆ। ਇੱਕ ਦਿਨ ਐਸਾ ਸਬੱਬ ਬਣਿਆ ਕਿ ਜਿਸ ਪਿੰਡ ਵਿੱਚ ਉਹ ਕੁੜੀ ਵਿਆਹੀ ਸੀ, ਉਸ ਪਿੰਡ ਵਿੱਚ ਅਚਾਨਕ ਹੀ ਕਣਕ ਖਰੀਦਦਾ ਹੋਇਆ ਭਾਈ ਸਾਧੂ ਸਿੰਘ ਪਹੁੰਚ ਗਿਆ। ਰੱਬ ਸਬੱਬੀ ਉਹ ਆੜਤੀ ਨੂੰ ਨਾਲ ਲੈ ਕੇ ਉਸੇ ਘਰ ਵਿੱਚ ਪਹੁੰਚ ਗਿਆ ਜਿਸ ਘਰ ਵਿੱਚ ਉਹ ਮੁਸਲਮਾਨ ਕੁੜੀ ਵਿਆਹੀ ਹੋਈ ਸੀ। ਜਦੋਂ ਭਾਈ ਸਾਧੂ ਸਿੰਘ ਉੱਥੇ ਪਹੁੰਚਿਆ ਤਾਂ ਉਹ ਮੁਸਲਮਾਨ ਕੁੜੀ ਮਧਾਣੀ ਵਿੱਚ ਦਹੀਂ ਰਿੜਕ ਰਹੀ ਸੀ। ਉਸ ਕੁੜੀ ਦੀ ਨਿਗਾਹ ਜਿਉਂ ਹੀ ਸਾਧੂ ਸਿੰਘ ਤੇ ਪਈ ਤਾਂ ਉਹ ਸਭ ਕੁਝ ਭੁੱਲ ਕੇ ਲਾਲਾ ਲਾਲਾ ਕਰਦੀ ਆਪਣੇ ਸਾਰੇ ਸਹੁਰੇ ਪਰਿਵਾਰ ਦੇ ਸਾਹਮਣੇ ਹੀ ਭੱਜ ਕੇ ਸਾਧੂ ਸਿੰਘ ਨੂੰ ਜੱਫੀ ਪਾ ਕੇ ਰੋਣ ਲੱਗ ਪਈ। ਜਦੋਂ ਉਸਨੇ ਲਾਲਾ ਕਿਹਾ ਤਾਂ ਭਾਈ ਸਾਧੂ ਸਿੰਘ ਨੂੰ ਵੀ ਯਾਦ ਆ ਗਿਆ ਕਿ ਇਹ ਤਾਂ ਉਹ ਕੁੜੀ ਹੈ ਜਿਸ ਦੀ ਇੱਜ਼ਤ ਉਸਨੇ ਸਾਲ ਕੁ ਪਹਿਲਾਂ ਬਚਾਈ ਸੀ। ਉਸਨੇ ਵੀ ਕੁੜੀ ਦੇ ਸਿਰ ਤੇ ਹੱਥ ਰੱਖ ਕੇ ਉਸਨੂੰ ਪਿਆਰ ਦਿੱਤਾ ਅਤੇ ਸੁੱਖ ਸਾਂਦ ਪੁੱਛੀ। ਕੁੜੀ ਦੇ ਸਹੁਰਿਆਂ ਨੇ ਭਾਈ ਸਾਧੂ ਸਿੰਘ ਦਾ ਬੜਾ ਸਤਿਕਾਰ ਕੀਤਾ ਅਤੇ ਦੱਸਿਆ ਕਿ ਸਰਕਾਰ ਨੇ ਉਸ ਲਈ 100 ਰੁਪਏ ਦਾ ਇਨਾਮ ਦਾ ਐਲਾਨ ਕੀਤਾ ਹੋਇਆ ਹੈ। ਉਸ ਜ਼ਮਾਨੇ ਵਿੱਚ 100 ਰੁਪਇਆ ਅੱਜ ਦੇ ਲੱਖ ਰੁਪਏ ਤੋਂ ਵੀ ਵੱਧ ਕੀਮਤ ਵਾਲਾ ਹੋਵੇਗਾ। ਸਾਧੂ ਸਿੰਘ ਨੇ ਅੱਗੋਂ ਜਵਾਬ ਦਿੱਤਾ ਕਿ ਭੈਣਾਂ ਦੀ ਮਦਦ ਕਰਨ ਲਈ ਵੀ ਕਦੇ ਭਰਾਵਾਂ ਨੇ ਪੈਸੇ ਜਾਂ ਇਨਾਮ ਲਏ ਹਨ। ਸਾਧੂ ਸਿੰਘ ਪਿੰਡ ਵਿੱਚੋਂ ਕਣਕ ਖਰੀਦ ਰਿਹਾ ਸੀ ਕਿ ਕੁੜੀ ਦੇ ਸਹੁਰਿਆਂ ਨੇ ਰਾਵਲਪਿੰਡੀ ਦੇ ਡੀਸੀ ਨੂੰ ਖਬਰ ਦੇ ਦਿੱਤੀ ਕਿ ਸਾਧੂ ਸਿੰਘ ਲੱਭ ਪਿਆ ਹੈ। ਡੀਸੀ ਨੇ ਉਸੇ ਵੇਲੇ ਸਿਪਾਹੀ ਨੂੰ ਭੇਜ ਕੇ ਸਾਧੂ ਸਿੰਘ ਨੂੰ, ਕੁੜੀ ਨੂੰ, ਉਸ ਦੇ ਪਤੀ ਨੂੰ ਅਤੇ ਘਰਦਿਆਂ ਨੂੰ ਰਾਵਲਪਿੰਡੀ ਉਸ ਦੇ ਦਫ਼ਤਰ ਆਉਣ ਦਾ ਹੁਕਮ ਕੀਤਾ। ਸੋ ਸਿਪਾਹੀ ਨਾਲ ਭਾਈ ਸਾਧੂ ਸਿੰਘ ਅਤੇ ਹੋਰ ਸਾਰੇ ਰਾਵਲਪਿੰਡੀ ਡੀਸੀ ਦੇ ਦਫ਼ਤਰ ਪਹੁੰਚ ਗਏ। ਡੀਸੀ ਨੇ ਪ੍ਰੋਗਰਾਮ ਇਹ ਬਣਾਇਆ ਸੀ ਕਿ ਇਲਾਕੇ ਦੇ ਜ਼ੈਲਦਾਰ, ਤਹਿਸੀਲਦਾਰ ਅਤੇ ਹੋਰ ਪਤਵੰਤੇ ਸੱਜਣਾ ਸਾਹਮਣੇ ਭਾਈ ਸਾਧੂ ਸਿੰਘ ਨੂੰ ਸਨਮਾਨਿਤ ਕੀਤਾ ਜਾਵੇ ਅਤੇ ਇਨਾਮ ਦਿੱਤਾ ਜਾਵੇ। ਡੀਸੀ ਸਾਹਿਬ ਤੋਂ 100 ਰੁਪਏ ਦੀ ਥੈਲੀ ਲੈ ਕੇ ਸਾਧੂ ਸਿੰਘ ਨੇ ਇਨਾਮ ਦੀ ਥੈਲੀ ਮੱਥੇ ਨੂੰ ਲਾਈ ਅਤੇ ਦਿਲ ਵਿੱਚ ਵਾਹਿਗੁਰੂ ਸਾਹਿਬ ਜੀ ਦਾ ਸ਼ੁਕਰ ਕੀਤਾ। ਫਿਰ ਉਹ ਉਸ ਮੁਸਲਮਾਨ ਕੁੜੀ ਕੋਲ ਗਿਆ ਅਤੇ ਸਾਰਾ ਇਨਾਮ ਉਸ ਕੁੜੀ ਦੀ ਝੋਲੀ ਵਿੱਚ ਪਾ ਦਿੱਤਾ। ਸਭ ਲੋਕ ਹੈਰਾਨ ਰਹਿ ਗਏ ਕਿ ਸਾਧੂ ਸਿੰਘ ਨੇ ਐਡੀ ਵੱਡੀ ਰਕਮ ਆਪ ਨਹੀਂ ਰੱਖੀ ਅਤੇ ਉਸ ਮੁਸਲਮਾਨ ਕੁੜੀ ਨੂੰ ਕਿਉਂ ਦੇ ਦਿੱਤੀ। ਡੀਸੀ ਨੇ ਸਾਧੂ ਸਿੰਘ ਨੂੰ ਪੁੱਛਿਆ, ਇਹ ਕਿਉਂ? ਸਾਧੂ ਸਿੰਘ ਨੇ ਜਵਾਬ ਦਿੱਤਾ, ਜਨਾਬ, ਇਸ ਲਈ ਕਿ ਇਹ ਮੇਰੀ ਧਰਮ ਦੀ ਭੈਣ ਹੈ। ਇਸਨੇ ਮੈਨੂੰ ਲਾਲਾ ਆਖਿਆ ਸੀ ਅਤੇ ਮੇਰੇ ਅੱਗੇ ਪੂਰੇ ਸਤਿਗੁਰੂ ਨਾਨਕ ਦਾ ਵਾਸਤਾ ਪਾਇਆ ਸੀ। ਇੰਨਾ ਕਹਿ ਕੇ ਸਾਧੂ ਸਿੰਘ ਦਾ ਗਲਾ ਰੁਕ ਗਿਆ। ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਉਹ ਹੋਰ ਬੋਲ ਨਾ ਸਕਿਆ। ਉਸ ਦਾ ਮਨ ਭਰ ਆਇਆ ਅਤੇ ਨੈਣ ਮਿਚ ਗਏ। ਡੀਸੀ ਨੇ ਫਿਰ ਪੁੱਛਿਆ, ਸਾਧੂ ਸਿੰਘ, ਕੀ ਗੱਲ ਹੋ ਗਈ? ਦੱਸ ਕੀ ਹੋਇਆ? ਸਾਧੂ ਸਿੰਘ ਕੁਝ ਸਮਾਂ ਚੁੱਪ ਰਿਹਾ ਅਤੇ ਫਿਰ ਉਸਨੇ ਆਪਣੇ ਜਜ਼ਬਾਤ ਕੰਟਰੋਲ ਕਰਕੇ ਦੱਸਿਆ, ਜਨਾਬ, ਉਸ ਵੇਲੇ ਦੀ ਯਾਦ ਆ ਗਈ ਜਦੋਂ ਇਸ ਭੈਣ ਨੇ ਆਪਣੀ ਇੱਜ਼ਤ ਉਹਨਾਂ ਬਦਮਾਸ਼ਾਂ ਤੋਂ ਬਚਾਉਣ ਲਈ ਗੁਰੂ ਨਾਨਕ ਸਾਹਿਬ ਦਾ ਵਾਸਤਾ ਪਾਇਆ ਸੀ। ਉਸੇ ਵੇਲੇ ਮੈਨੂੰ ਗੁਰੂ ਨਾਨਕ ਸਾਹਿਬ ਖੜੋਤੇ ਦਿਸੇ ਸਨ। ਉਹਨਾਂ ਨੇ ਹੀ ਕਿਰਪਾ ਕਰਕੇ ਆਪਣੀ ਇਸ ਭੈਣ ਦੀ ਇੱਜ਼ਤ ਬਚਾਉਣ ਲਈ ਮੇਰੇ ਅੰਦਰ ਜੋਸ਼, ਜਜ਼ਬਾ ਅਤੇ ਸ਼ਕਤੀ ਪੈਦਾ ਕੀਤੀ, ਜਿਸ ਸਦਕਾ ਮੈਂ ਇਸ ਦੀ ਇੱਜ਼ਤ ਬਦਮਾਸ਼ਾਂ ਤੋਂ ਬਚਾ ਸਕਿਆ ਸੀ। ਗੁਰੂ ਸਾਹਿਬ ਦੇ ਦਰਸ਼ਨਾਂ ਦੀ ਗੱਲ ਸੁਣ ਕੇ ਸਾਰੇ ਹੈਰਾਨ ਰਹਿ ਗਏ, ਪਰ ਸਾਧੂ ਸਿੰਘ ਨੇ ਇਸ ਅੰਦਾਜ਼ ਵਿੱਚ ਪ੍ਰੇਮ ਅਤੇ ਸ਼ਰਧਾ ਨਾਲ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦੀ ਗੱਲ ਦੱਸੀ ਕਿ ਸਭ ਨੂੰ ਯਕੀਨ ਹੋ ਗਿਆ। ਉਹ ਗੋਰਾ ਡੀਸੀ ਜੋ ਨਵਾਂ ਹੀ ਵਿਲਾਇਤੋਂ ਆਇਆ ਸੀ, ਸਾਧੂ ਸਿੰਘ ਦੀ ਗੱਲ ਸੁਣ ਕੇ ਮੋਹਿਆ ਗਿਆ। ਉਸਨੇ ਉਸੇ ਵੇਲੇ ਸਮਾਗਮ ਬਰਖਾਸਤ ਕਰਕੇ ਸਾਧੂ ਸਿੰਘ ਨੂੰ ਆਪਣੇ ਪਾਸ ਬੁਲਾਇਆ ਅਤੇ ਕਿਹਾ ਕਿ ਕੱਲ੍ਹ ਉਹ ਜ਼ਰੂਰ ਉਸਨੂੰ ਉਸਦੀ ਕੋਠੀ ਵਿੱਚ ਆ ਕੇ ਮਿਲੇ। ਆਪਣੇ ਹੈੱਡ ਕਲਰਕ ਨੂੰ
ਭਾਈ ਸਾਧੂ ਸਿੰਘ ਦੇ ਰਹਿਣ ਸਹਿਣ ਦਾ ਇੰਤਜ਼ਾਮ ਕਰਨ ਲਈ ਕਹਿ ਕੇ ਉਹ ਅਫਸਰ ਚਲਾ ਗਿਆ। ਸਵੇਰੇ ਹੈੱਡ ਕਲਰਕ ਜਦੋਂ ਭਾਈ ਸਾਧੂ ਸਿੰਘ ਨੂੰ ਲੈ ਕੇ ਡੀਸੀ ਦੀ ਕੋਠੀ ਵਿੱਚ ਪਹੁੰਚਿਆ ਤਾਂ ਅੱਗੋਂ ਵਿਹੜੇ ਵਿੱਚ ਕੁਰਸੀਆਂ ਢਾਹ ਕੇ ਬੈਠਾ ਇੰਤਜ਼ਾਰ ਕਰ ਰਿਹਾ ਸੀ। ਸਾਧੂ ਸਿੰਘ ਕਿਉਂਕਿ ਸਰਬਲੋਹੀ ਵਿਵੇਕੀ ਸਿੰਘ ਸੀ, ਇਸ ਕਰਕੇ ਉਹ ਪੁਰਾਤਨ ਸਿੰਘਾਂ ਵਾਂਗ ਹਮੇਸ਼ਾ ਆਪਣੇ ਕੋਲ ਸਰਬਲੋਹ ਦਾ ਗੜਵਾ ਅਤੇ ਖੂਹ ਵਿੱਚੋਂ ਜਲ ਕੱਢਣ ਲਈ ਡੋਰੀ ਰੱਖਦਾ ਹੁੰਦਾ ਸੀ। ਉਹਨਾਂ ਦਿਨਾਂ ਵਿੱਚ ਅੱਜ-ਕੱਲ੍ਹ ਵਾਂਗ ਟੂਟੀਆਂ ਜਾਂ ਮੋਟਰਾਂ ਨਹੀਂ ਸੀ ਲੱਗੀਆਂ ਹੁੰਦੀਆਂ। ਲੋਕ ਖੂਹਾਂ ਜਾਂ ਦਰਿਆਵਾਂ ਦਾ ਪਾਣੀ ਹੀ ਵਰਤਦੇ ਹੁੰਦੇ ਸਨ। ਭਾਈ ਸਾਧੂ ਸਿੰਘ ਕੋਲ ਗੜਵਾ ਅਤੇ ਡੋਰੀ ਦੇਖ ਕੇ ਡੀਸੀ ਨੇ ਅੰਗਰੇਜ਼ੀ ਵਿੱਚ ਆਪਣੇ ਹੈੱਡ ਕਲਰਕ ਨੂੰ ਪੁੱਛਿਆ ਕਿ ਸਾਧੂ ਸਿੰਘ ਇਹ ਸਮਾਨ ਲੈ ਕੇ ਕਿਉਂ ਆਇਆ ਹੈ। ਅੱਗੋਂ ਹੈੱਡ ਕਲਰਕ ਨੇ ਅੰਗਰੇਜ਼ੀ ਵਿੱਚ ਜਵਾਬ ਦਿੱਤਾ, ਇਹ ਲੋਕ ਬੜੇ ਵਹਿਮੀ ਅਤੇ ਅੰਧ ਵਿਸ਼ਵਾਸੀ ਹਨ। ਇਹ ਕਿਸੇ ਦੂਸਰੇ ਦੇ ਹੱਥ ਦਾ ਨਹੀਂ ਖਾਂਦੇ ਪੀਂਦੇ, ਇਸ ਲਈ ਪਾਣੀ ਦੀ ਲੋੜ ਲਈ ਇਹ ਸਮਾਨ ਸਦਾ ਆਪਣੇ ਕੋਲ ਰੱਖਦੇ ਹਨ। ਸਾਫ਼ ਦਿਲ ਗੋਰੇ ਅਫਸਰ ਦੇ ਮਨ ਵਿੱਚ ਸਿੱਖਾਂ ਵਾਸਤੇ ਇੱਜ਼ਤ ਅਤੇ ਪ੍ਰੇਮ ਸੀ ਅਤੇ ਉਹ ਸਿੱਖਾਂ ਬਾਰੇ ਹੋਰ ਜਾਣਨਾ ਚਾਹੁੰਦਾ ਸੀ। ਪਰ ਹੈੱਡ ਕਲਰਕ ਦੀ ਗੱਲ ਸੁਣ ਕੇ ਉਹ ਸ਼ਸ਼ੋਪੰਜ ਵਿੱਚ ਪੈ ਗਿਆ ਕਿ ਸਹੀ ਕੀ ਹੈ ਅਤੇ ਗਲਤ ਕੀ। ਉਹ ਅਤੇ ਹੈੱਡ ਕਲਰਕ ਨਹੀਂ ਸਨ ਜਾਣਦੇ ਕਿ ਸਾਧੂ ਸਿੰਘ ਨੂੰ ਅੰਗਰੇਜ਼ੀ ਆਉਂਦੀ ਹੈ। ਅਫਸਰ ਨੂੰ ਸੋਚੀ ਪਿਆ ਦੇਖ ਕੇ ਭਾਈ ਸਾਧੂ ਸਿੰਘ ਨੇ ਅੰਗਰੇਜ਼ੀ ਵਿੱਚ ਕਿਹਾ, ਜਨਾਬ, ਇਹ ਰੱਸੀ ਤੇ ਗੜਵਾ ਕੋਲ ਰੱਖਣਾ ਵਹਿਮ ਜਾਂ ਅੰਧ ਵਿਸ਼ਵਾਸ ਦਾ ਚਿੰਨ੍ਹ ਨਹੀਂ ਹੈ, ਬਲਕਿ ਇਹ ਤਾਂ ਸਰੀਰਕ ਸੁਚਮ ਅਤੇ ਸਫਾਈ ਰੱਖਣ ਦੀ ਸੁਖੈਨਤਾ ਅਤੇ ਦੂਜੇ ਕਿਸੇ ਬੰਦੇ ਦੀ ਮੁਹਤਾਜੀ ਤੋਂ ਬੇਮੁਹਤਾਜ ਹੋਣਾ ਹੈ। ਸੁੱਚੇ ਜੀਵਨ ਸੰਬੰਧੀ ਗੁਰੂ ਨਾਨਕ ਸਾਹਿਬ ਨੇ ਸਿੱਖੀ ਦੀ ਬੁਨਿਆਦੀ ਗੱਲ ਦੱਸੀ ਹੈ ਕਿ ਸੁੱਚ ਹੋਵੇ ਤਾਂ ਸੱਚ ਪਾਈਐ, ਭਾਵ ਸਰੀਰਕ ਅਤੇ ਮਾਨਸਿਕ ਸੁਚਮਤਾ ਦੋਵੇਂ ਹੀ ਸੱਚ ਪ੍ਰਾਪਤ ਕਰਨ ਵਾਸਤੇ ਲਾਜ਼ਮੀ ਹਨ। ਇਹ ਗੱਲ ਸੁਣ ਕੇ ਗੋਰੇ ਅਫਸਰ ਦੀ ਨਿਸ਼ਾ ਹੋ ਗਈ, ਕਿਉਂਕਿ ਉਸਨੇ ਪਛਾਣ ਲਿਆ ਸੀ ਕਿ ਭਾਈ ਸਾਧੂ ਸਿੰਘ ਸੱਚਾ ਸੁੱਚਾ ਬੰਦਾ ਹੈ, ਜਿਸ ਕਾਰਨ ਉਸ ਦੇ ਮੂੰਹੋਂ ਨਿਕਲਣ ਵਾਲਾ ਇੱਕ ਸ਼ਬਦ ਗੋਰੇ ਅਫਸਰ ਦੇ ਦਿਲ ਵਿੱਚ ਉਤਰ ਜਾਂਦਾ ਸੀ। ਫਿਰ ਉਸਨੇ ਸਾਧੂ ਸਿੰਘ ਪਾਸੋਂ ਉਸ ਦੇ ਜੀਵਨ ਬਾਰੇ ਪੁੱਛਿਆ ਤਾਂ ਭਾਈ ਸਾਧੂ ਸਿੰਘ ਨੇ ਆਪਣੀ ਜੀਵਨ ਕਹਾਣੀ ਸੁਣਾ ਦਿੱਤੀ ਕਿ ਕਿਵੇਂ ਗੁਰਮੁਖ ਪਿਆਰੇ ਭਾਈ ਕਾਹਨ ਸਿੰਘ ਜੀ ਦੀ ਪਵਿੱਤਰ ਸੰਗਤ ਦਾ ਸਦਕਾ ਉਸ ਨੂੰ ਸਿੱਖੀ ਨਸੀਬ ਹੋਈ ਅਤੇ ਕਿਵੇਂ ਉਹਨਾਂ ਨੇ ਖਾਲਸੇ ਦੀ ਰਹਿਤ ਬਹਿਤ ਵਿੱਚ ਉਸ ਨੂੰ ਸਾਵਧਾਨ ਕੀਤਾ। ਭਾਈ ਸਾਧੂ ਸਿੰਘ ਨੇ ਦੱਸਿਆ ਕਿ ਉਸ ਦੀ ਮਨ ਦੀ ਇੱਛਾ ਹੈ ਕਿ ਉਸ ਦਾ ਜੀਵਨ ਭਾਈ ਕਾਹਨ ਸਿੰਘ ਜੀ ਵਰਗਾ ਹੋਵੇ। ਸਾਧੂ ਸਿੰਘ ਦੇ ਜੀਵਨ ਦੀ ਕਹਾਣੀ ਸੁਣ ਕੇ ਡੀਸੀ ਬਹੁਤ ਖੁਸ਼ ਹੋਇਆ ਅਤੇ ਪੁੱਛਿਆ, ਸਿਰਫ 1 ਮਹੀਨੇ ਦੀ ਛੁੱਟੀ ਵਿੱਚ ਉਹਨਾਂ ਸੰਤਾਂ ਦੀ ਸੰਗਤ ਕਰਨ ਨਾਲ ਤੁਹਾਡੇ ਮਨ ਵਿੱਚ ਇੰਨੀ ਤਬਦੀਲੀ ਕਿਵੇਂ ਹੋ ਗਈ ਕਿ ਫੌਜ ਦੀ ਇੱਜ਼ਤ, ਆਰਾਮ ਅਤੇ ਆਮਦਨ ਵਾਲੀ ਨੌਕਰੀ ਛੱਡ ਕੇ ਇੰਨੀ ਔਖੀ ਕਿਰਤ ਅਪਣਾ ਲਈ। ਭਾਈ ਸਾਧੂ ਸਿੰਘ ਨੇ ਜਵਾਬ ਦਿੱਤਾ, ਅਵਸਥਾ ਦਾ ਬਦਲ ਜਾਣਾ ਸੰਸਾਰੀ ਸਹੂਲਤਾਂ ਤੇ ਨਿਰਭਰ ਨਹੀਂ ਹੁੰਦਾ। ਭਾਈ ਕਾਹਨ ਸਿੰਘ ਨੇ ਮੇਰੇ ਅੰਦਰ ਦੀ ਆਤਮਿਕ ਭੁੱਖ ਨੂੰ ਪਛਾਣਿਆ ਅਤੇ ਇਸ ਭੁੱਖ ਦੀ ਨਿਵਰਤੀ ਲਈ ਕਮਾਲ ਦੀ ਆਤਮਿਕ ਖੁਰਾਕ ਦਾ ਇੰਤਜ਼ਾਮ ਕਰ ਦਿੱਤਾ। ਜੇ ਕਿਸੇ ਦੀ ਆਤਮਿਕ ਭੁੱਖ ਜਾਗ ਪਵੇ ਤਾਂ ਇਨਸਾਨ ਇਸ ਭੁੱਖ ਦੀ ਤ੍ਰਿਪਤੀ ਲਈ ਕੋਈ ਵੀ ਸੰਸਾਰੀ ਕੁਰਬਾਨੀ ਕਰਨ ਲਈ ਤਿਆਰ ਹੋ ਜਾਂਦਾ ਹੈ। ਹੁਣ ਮੇਰੀ ਆਤਮਾ ਦੀ ਖੁਰਾਕ ਸੱਚ ਦਾ ਚਿੰਤਨ ਹੈ ਜੋ ਹਰ ਵੇਲੇ ਹੁੰਦਾ ਰਹਿੰਦਾ ਹੈ। ਇਹ ਸੁਣ ਕੇ ਡੀਸੀ ਹੈਰਾਨ ਰਹਿ ਗਿਆ। ਉਸਨੇ ਪੁੱਛਿਆ, ਕੀ ਮੈਂ ਜਾਣ ਸਕਦਾ ਹਾਂ ਕਿ ਉਹ ਗੈਰ ਮਾਮੂਲੀ ਚਿੰਤਨ ਕੀ ਹੈ ਜਿਸ ਨਾਲ ਤੁਹਾਨੂੰ ਆਤਮਿਕ ਖੁਰਾਕ ਮਿਲਦੀ ਰਹਿੰਦੀ ਹੈ? ਹਾਂ ਜੀ, ਜ਼ਰੂਰ ਜਾਣ ਸਕਦੇ ਹੋ। ਇਹ ਆਤਮਿਕ ਖੁਰਾਕ ਹੈ। ਚਿੰਤਤ ਹੀ ਦਿਸੈ ਸਭ ਕੋਏ, ਚਿਤ ਹੈ ਏਕ ਤਹੀਂ ਸੁਖ ਹੋਏ। ਹਰ ਕੋਈ ਚਿੰਤਤ ਦਿਸ ਰਿਹਾ ਹੈ। ਜੇ ਇੱਕ ਨੂੰ ਚੇਤੇ ਤਾਂ ਸੁਖ ਹੋ ਸਕਦਾ ਹੈ। ਡੀਸੀ ਵੀ ਅਧਿਆਤਮਕ ਮਾਰਗ ਦਾ ਮੁਤਲਾਸ਼ੀ ਸੀ ਅਤੇ ਉਸ ਦੀ ਖੋਜ ਕਾਫੀ ਚੰਗੀ ਸੀ। ਉਸਨੇ ਪੁੱਛਿਆ, ਚੇਤ ਹੈ ਏਕ ਦੀ ਵਿਧੀ ਕੀ ਹੈ? ਉਸਦੇ ਕਹਿਣ ਦਾ ਮਤਲਬ ਸੀ ਕਿ ਇੱਕ ਨੂੰ ਕਿਵੇਂ ਚੇਤਣਾ ਚਾਹੀਦਾ ਹੈ। ਭਾਈ ਸਾਧੂ ਸਿੰਘ ਵੀ ਜਾਣ ਗਏ ਕਿ ਅਫਸਰ ਗੁੱਝੀਆਂ ਰਮਜ਼ਾਂ ਦਾ ਵਪਾਰੀ ਹੈ, ਸੋ ਉਹਨਾਂ ਨੇ ਗੁਰਬਾਣੀ ਰਾਹੀਂ ਹੀ ਜਵਾਬ ਵਿੱਚ ਕਿਹਾ, ਸੁਆਮੀ ਕੋ ਗ੍ਰਹਿ ਜਿਉ ਸਦਾ, ਸੁਆਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਭਾਵ ਜਿਵੇਂ ਕੁੱਤਾ ਆਪਣੇ ਮਾਲਕ ਦਾ ਦਰ ਕਦੇ ਨਹੀਂ ਛੱਡਦਾ, ਇਸੇ ਤਰ੍ਹਾਂ ਹੀ ਵਫਾਦਾਰੀ ਨਾਲ ਹਰੀ ਨੂੰ ਭਜਣਾ ਚਾਹੀਦਾ ਹੈ, ਇੱਕ ਮਨ ਨਾਲ ਅਤੇ ਇੱਕ ਚਿੱਤ ਨਾਲ। ਜਾਂ ਇਸ ਤਰ੍ਹਾਂ ਜਪੇ, ਕਬੀਰ ਕਾਮ ਪਰੇ ਹਰ ਸਿਮਰਿਐ, ਐਸਾ ਸਿਮਰੋ ਨਿਤ, ਅਮਰਾਪੁਰ ਬਾਸਾ ਕਰਹੋ, ਹਰ ਗਿਆ ਬੋਹਰੈ ਬਿਤ। ਜਿਵੇਂ ਕੰਮ ਪੈਣ ਤੇ ਬੰਦਾ ਰੱਬ ਦਾ ਭਜਨ ਕਰਦਾ ਹੈ,
ਇਸ ਤਰ੍ਹਾਂ ਸਿੱਖ ਨੂੰ ਨਿੱਤ ਜਪਣਾ ਚਾਹੀਦਾ ਹੈ। ਇਸ ਤਰ੍ਹਾਂ ਇੱਕ ਦਾ ਭਜਨ ਕਰਨਾ ਚਾਹੀਦਾ ਹੈ। ਅਜਿਹੀਆਂ ਗੱਲਾਂ ਸੁਣ ਕੇ ਡੀਸੀ ਬਹੁਤ ਹੀ ਮੁਤਾਸਰ ਹੋਇਆ। ਉਸਨੇ ਬੜਾ ਪਿਆਰ ਸਤਿਕਾਰ ਦੇ ਕੇ ਭਾਈ ਸਾਧੂ ਸਿੰਘ ਨੂੰ ਰੁਖਸਤ ਕੀਤਾ। ਇਹ ਡੀਸੀ ਕੋਈ ਹੋਰ ਨਹੀਂ, ਮਸ਼ਹੂਰ ਵਿਦਵਾਨ ਮੁਕੌਲਿਫ ਸੀ, ਜਿਸ ਨੇ ਬਾਅਦ ਵਿੱਚ ਸਿੱਖ ਧਰਮ ਤੇ 6 ਹਿੱਸਿਆਂ ਵਿੱਚ ਮਹਾਨ ਕਿਤਾਬ ਲਿਖੀ ਸੀ, ਜਿਸ ਵਿੱਚ ਸਿੱਖ ਧਰਮ ਬਾਰੇ ਬਹੁਤ ਵਧੀਆ ਜਾਣਕਾਰੀ ਹੈ। ਅੱਗੇ ਜਾ ਕੇ ਇਹ ਗੋਰਾ ਅਫਸਰ ਸਿੱਖ ਬਣ ਗਿਆ ਸੀ। ਜਦੋਂ 1913 ਵਿੱਚ ਇਸ ਦਾ ਅੰਤਮ ਸਮਾਂ ਆਇਆ ਸੀ ਤਾਂ ਇਸ ਦੇ ਨਿੱਜੀ ਸੈਕਟਰੀ ਨੇ ਆਪਣੀ ਜੀਵਨ ਗਾਥਾ ਵਿੱਚ ਲਿਖਿਆ ਹੈ ਕਿ ਮੁਕੌਲਿਫ ਮਰਨ ਤੋਂ ਅੱਧਾ ਘੰਟਾ ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਸੀ। ਉਸ ਦੀ ਗੁਰੂ ਸਾਹਿਬਾਨ ਤੇ ਅਤੇ ਗੁਰਬਾਣੀ ਵਿੱਚ ਬਹੁਤ ਸ਼ਰਧਾ ਸੀ। ਭਾਈ ਸਾਧੂ ਸਿੰਘ ਨਾਲ ਮੁਲਾਕਾਤ ਤੋਂ ਛੇਤੀ ਹੀ ਬਾਅਦ ਵਿੱਚ ਉਹ ਸਿੱਖ ਬਣ ਗਿਆ ਸੀ। ਇਹ ਗੱਲ 1860 ਦੇ ਲਾਗੇ ਚਾਗੇ ਦੀ ਹੈ, ਜਦੋਂ ਉਹ ਸਿੱਖ ਬਣਿਆ ਸੀ। ਸੋ ਉਸ ਦੀ ਮੁਲਾਕਾਤ ਭਾਈ ਸਾਧੂ ਸਿੰਘ ਨਾਲ 1860 ਤੋਂ ਪਹਿਲਾਂ ਕਿਸੇ ਸਮੇਂ ਹੋਈ ਹੋਣੀ ਹੈ। ਇਸ ਕਹਾਣੀ ਦਾ ਤਾਤਪਰਜ ਇਹ ਹੈ ਕਿ ਇੱਕ ਉੱਚੇ ਜੀਵਨ ਵਾਲਾ ਗੁਰਸਿੱਖ ਬਿਨਾਂ ਪ੍ਰਚਾਰ ਕਰਨ ਤੋਂ ਹੀ ਅਨੇਕਾਂ ਦੇ ਜੀਵਨ ਬਦਲ ਸਕਦਾ ਹੈ। ਅਸਲ ਵਿੱਚ ਸਿੱਖ ਦਾ ਉੱਚਾ ਸੁੱਚਾ ਜੀਵਨ ਹੀ ਸਭ ਤੋਂ ਵੱਡਾ ਸਿੱਖੀ ਦਾ ਪ੍ਰਚਾਰ ਹੈ। ਸਿੱਖ ਨੂੰ ਹਰ ਵਕਤ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਗੁਰੂ ਦਾ ਸਿੱਖ ਹੈ। ਇਸ ਕਰਕੇ ਉਸ ਨੂੰ ਕਦੇ ਵੀ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਸਿੱਖੀ ਨੂੰ ਦਾਗ ਲੱਗੇ। ਹਮੇਸ਼ਾ ਪਰਉਪਕਾਰ ਕਰਨ ਲਈ ਤਤਪਰ ਰਹਿਣਾ ਚਾਹੀਦਾ ਹੈ। ਆਪਣੇ ਜੀਵਨ ਦਾ ਮਨੋਰਥ ਕੇਵਲ ਤੇ ਕੇਵਲ ਪ੍ਰਭੂ ਪ੍ਰਾਪਤੀ ਹੋਣਾ ਚਾਹੀਦਾ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।